ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦਾ ਚੋਣਵਾਂ ਸਾਖੀ ਸਾਹਿਤ ਭਾਗ ਪਹਿਲਾ, ਇਹਦੇ ਵਿੱਚੋਂ ਤੁਹਾਡੇ ਨਾਲ ਅੱਜ ਇੱਕ ਜੋ ਸਿੱਖਿਆਦਾਇਕ ਸਾਖੀ ਸਾਂਝੀ ਕਰ ਰਿਹਾ ਹਾਂ। ਉਹਦਾ ਨਾਮ ਹੈ ਖਜ਼ਾਨੇ ਦਾ ਮਾਲਕ ਭਿਖਾਰੀ। ਭਾਵ ਕਿ ਇਹ ਸਿੱਖਿਆਦਾਇਕ ਸਾਖੀਆਂ ਨੇ ਕਿ ਸਾਡੀ ਜ਼ਿੰਦਗੀ 'ਚ ਇਹੋ ਜਿਹੀਆਂ ਘਟਨਾਵਾਂ ਬਹੁਤ ਵਾਪਰਦੀਆਂ ਨੇ, ਪਰ ਸਾਨੂੰ ਉਹਨਾਂ ਨਾਲ ਨਜਿੱਠਣ ਦਾ ਕੋਈ ਬਹੁਤਾ ਪਤਾ ਨਹੀਂ ਹੁੰਦਾ। ਇਸ ਕਰਕੇ ਕਈ ਵਾਰੀ ਆਪਾਂ ਜ਼ਿੰਦਗੀ 'ਚ ਮਾਮੂਲੀ ਜਿਹੀ ਗਲਤੀ ਦੇ ਕਾਰਨ ਵੱਡੇ ਵੱਡੇ ਘਾਟੇ ਆਪਣੇ ਘਰਾਂ 'ਚ, ਆਪਣੇ ਪਰਿਵਾਰਾਂ 'ਚ, ਆਪਣੀਆਂ ਕੌਮਾਂ 'ਚ ਉਹ ਬਰਦਾਸ਼ਤ ਕਰਨੇ ਪੈਂਦੇ ਨੇ, ਅਤੇ ਜਿਨ੍ਹਾਂ ਦਾ ਮਗਰੋਂ ਬਹੁਤ ਪਛਤਾਵਾ ਹੁੰਦਾ। ਦੁਨੀਆ ਦੇ ਸਾਰੇ ਲੋਕ ਕੋਈ ਨਾ ਕੋਈ ਧੰਦਾ ਜ਼ਰੂਰ ਕਰਦੇ ਹਨ। ਇਸ ਤੋਂ ਬਗੈਰ ਜੀਵਨ ਨਹੀਂ ਚੱਲ ਸਕਦਾ। ਚੋਰੀ ਕਰਨੀ, ਡਾਕਾ ਮਾਰਨਾ, ਜੇਬਾਂ ਕੱਟਣੀਆਂ, ਨੌਕਰੀ ਕਰਨੀ, ਵਪਾਰ ਜਾਂ ਮਜ਼ਦੂਰੀ ਕਰਨੀ, ਕੁਝ ਵੀ ਕਰੋ, ਪਰ ਪੈਸਾ ਕਮਾਉਣ ਵਾਸਤੇ ਕੋਈ ਰਾਹ ਤਾਂ ਅਖਤਿਆਰ ਕਰਨਾ ਹੀ ਪਵੇਗਾ। ਧੰਦਾ ਭਾਵੇਂ ਕਿਸੇ ਨੇ ਕੋਈ ਅਪਣਾਇਆ, ਪਰ ਉਹਨੂੰ ਕੰਮ ਕਰਨਾ ਪਵੇਗਾ। ਸਮਾਜ ਦੇ ਮਾਪਦੰਡ ਅਨੁਸਾਰ ਕੰਮ ਘਟੀਆ ਵਧੀਆ ਬਣ ਜਾਂਦੇ ਨੇ। ਜਿਸ ਕੰਮ ਬਾਰੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਕੇ ਆਮ ਲੋਕਾਂ ਅੰਦਰ ਚੰਗਿਆਈ ਜਾਂ ਬੁਰਾਈ ਭਰ ਦਿੱਤੀ, ਸਦੀਆਂ ਤੱਕ ਲੋਕੀ ਬਿਨਾਂ ਸੋਚੇ ਸਮਝੇ ਉਹੀ ਕੰਮ ਅੱਖਾਂ ਬੰਦ ਕਰਕੇ ਕਰੀ ਜਾ ਰਹੇ ਨੇ। ਰਿਸ਼ਵਤ ਲੈਣੀ ਬਹੁਤ ਬੁਰੀ ਦੱਸੀ ਗਈ ਹੈ, ਪਰ ਜਦੋਂ ਆਮ ਆਦਮੀ ਲੈ ਲਵੇ ਰਿਸ਼ਵਤ, ਤਾਂ ਜਦੋਂ ਭਗਵਾਨ ਦੇ ਅੱਗੇ ਰੁਪਏ ਰੱਖੇ ਜਾਣ, ਸੋਨਾ ਚਾਂਦੀ ਭੇਟ ਕੀਤੇ ਜਾਣ, ਗਾਵਾਂ ਮੱਝਾਂ ਦਾਨ ਕੀਤੀਆਂ ਜਾਣ, ਆਪਣੀਆਂ ਮਾਸੂਮ ਬੇਟੀਆਂ ਦੇਵਤਿਆਂ ਅੱਗੇ ਭੇਟ ਕਰ ਦਿੱਤੀਆਂ ਜਾਣ, ਤਦੋਂ ਕੋਈ ਬੁਰਾਈ ਮਹਿਸੂਸ ਨਹੀਂ ਕਰਦੀ। ਰੱਬ ਰਿਸ਼ਵਤਖੋਰ ਹੋ ਸਕਦਾ ਹੈ, ਪਰ ਆਮ ਇਨਸਾਨ ਨੂੰ ਰਿਸ਼ਵਤਖੋਰ ਹੋਣ ਵਾਸਤੇ ਪਾਪ ਲੱਗ ਜਾਂਦਾ ਹੈ। ਰੱਬ ਨੂੰ ਕੋਈ ਪਾਪ ਨਹੀਂ ਲੱਗਦਾ, ਕਿਉਂਕਿ ਪ੍ਰਚਾਰ ਇਸੇ ਤਰ੍ਹਾਂ ਦੀ ਹੋਇਆ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਨਾਮ 'ਤੇ ਰੁਮਾਲੇ, ਦੇਗਾਂ, ਅੰਨਦਾਣਾ, ਦੁੱਧ, ਘਿਓ, ਰੁਪਏ, ਸੋਨਾ, ਚਾਂਦੀ ਅਰਪਣ ਕੀਤਾ ਜਾਵੇ, ਉਦੋਂ ਬੁਰਾ ਨਹੀਂ ਲੱਗਦਾ। ਜਿੱਥੇ ਭਗਵਾਨ, ਦੇਵਤਾ ਜਾਂ ਵਾਹਿਗੁਰੂ ਰਿਸ਼ਵਤ ਲੈ ਕੇ ਖੁਸ਼ ਹੁੰਦੇ ਹੋਣ, ਉੱਥੋਂ ਦੇ ਆਮ ਲੋਕਾਂ ਦੇ ਜੀਵਨ ਬਾਰੇ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ, ਕਿਉਂਕਿ ਸਾਡੀ ਤਾਂ ਜ਼ਿੰਦਗੀ ਦਾ ਹਿੱਸਾ ਧਰਮ ਦੇ ਰਾਹੀਂ ਰਿਸ਼ਵਤ ਅਤੇ ਬੇਈਮਾਨੀ ਬਣ ਚੁੱਕੀ ਹੈ। ਆਮ ਵਿਅਕਤੀ ਮੰਗਤਿਆਂ ਨੂੰ ਇੱਜ਼ਤ ਦੀ ਨਜ਼ਰ ਨਾਲ ਨਹੀਂ ਵੇਖਦਾ। ਮੰਗਤੇ ਨੂੰ ਕਈ ਤਰ੍ਹਾਂ ਦੀਆਂ ਨਸੀਹਤਾਂ ਵੀ ਦੇਣ ਲੱਗ ਪੈਂਦਾ ਹੈ। ਕੋਈ ਕੰਮ ਕਰਿਆ ਕਰੋ, ਹੱਡ ਹਰਾਮੀ ਨਾ ਬਣੋ ਵਰਗਾ ਮਾਰੂ ਰਾਗ ਵੀ ਸੁਣਨ ਨੂੰ ਮਿਲ ਜਾਂਦਾ ਹੈ। ਪਰ ਜਦੋਂ ਰੱਬ ਦੇ ਨਾਂ 'ਤੇ ਪੁਜਾਰੀ ਲੋਕ ਲੱਖਾਂ ਰੁਪਏ ਇਕੱਠੇ ਕਰ ਲੈਂਦੇ ਹਨ, ਉਹਨਾਂ ਨੂੰ ਕੋਈ ਮੰਗਤੇ ਨਹੀਂ ਕਹਿੰਦਾ। 300 ਸਾਲ ਗੁਰੂ ਦੇ ਨਾਲ ਦਾ ਸੰਗ ਪਾੜਵਾ ਨਾਅਰਾ ਮਾਰ ਕੇ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਹਿੰਦੁਸਤਾਨ ਵਿੱਚ ਘੁਮਾਇਆ। ਇਹ 2008 ਦੀ ਗੱਲ ਹੈ। ਅਰਬਾਂ ਰੁਪਏ ਇਕੱਠੇ ਕਰ ਲਏ। ਗੁਰੂ ਦੀ ਆੜ ਵਿੱਚ ਵੱਡੇ ਵੱਡੇ ਮੰਗਤੇ ਘਰ ਘਰ ਜਾ ਕੇ ਭੀਖ ਮੰਗਦੇ ਮੈਂ ਆਪ ਵੇਖੇ। ਲੋਕੀ ਹੱਥ ਜੋੜ ਕੇ, ਸਿਰ ਝੁਕਾ ਕੇ ਅਤਿਅੰਤ ਸ਼ਰਧਾ ਨਾਲ ਮਾਇਆ ਦੇ ਖੁੱਲ੍ਹੇ ਗੱਫੇ ਦਿੰਦੇ ਰਹੇ। ਜਦੋਂ ਕੋਈ ਚੰਦਾ ਮੰਗੇ, ਜਦੋਂ ਕੋਈ ਉਗਰਾਹੀ ਕਰੇ, ਤਾਂ ਆਪਣੇ ਆਪ ਨੂੰ ਮੰਗਤਾ ਨਹੀਂ ਅਖਵਾਉਂਦਾ। ਗੁਰਦੁਆਰਿਆਂ ਵਿੱਚੋਂ ਸੰਗਤਾਂ ਅੱਗੇ ਸਪੀਕਰਾਂ ਰਾਹੀਂ ਕੋਈ ਮਾਇਆ ਦੀਆਂ ਅਪੀਲਾਂ ਕਰੇ, ਤਾਂ ਉਹਨੂੰ ਮੰਗਤਾ ਨਹੀਂ ਤੁਸੀਂ ਕਹਿ ਸਕਦੇ। ਬਸ ਗਰੀਬ ਬੰਦਾ ਜਦੋਂ ਰੁਪਏ 2 ਰੁਪਏ ਮੰਗਦਾ ਹੈ, ਤਾਂ ਮੰਗਤਾ ਬਣ ਜਾਂਦਾ ਹੈ। ਜਦੋਂ ਪੇਟ ਨੂੰ ਝੁਲਕਾ ਦੇਣ ਲਈ 2 ਰੋਟੀਆਂ ਮੰਗਦਾ ਹੈ, ਤਾਂ ਉਹ ਮੰਗਤਾ ਬਣ ਜਾਂਦਾ ਹੈ। ਜਦੋਂ ਕੋਈ ਉਤਾਰਿਆ ਹੋਇਆ ਕੱਪੜਾ ਮੰਗਦਾ ਹੈ, ਤਾਂ ਤਿਰਸਕਾਰਯੋਗ ਬਣ ਜਾਂਦਾ ਹੈ। ਕੋਈ ਸਾਧ ਸੰਤ, ਕੋਈ ਜੋਗੀ, ਪੀਰ, ਫਕੀਰ ਸਾਰਾ ਘਰ ਮੰਗ ਲਵੇ, 5-10 ਏਕੜ ਜ਼ਮੀਨ ਮੰਗ ਲਵੇ, ਲੱਖਾਂ ਰੁਪਏ ਮੰਗ ਲਵੇ, ਤਾਂ ਉਹ ਮੰਗਤਾ ਨਹੀਂ ਹੈ, ਉਹ ਸਤਿਕਾਰ ਦਾ ਪਾਤਰ ਹੈ। ਆਮ ਮਨੁੱਖ ਦੀ ਮਾਨਸਿਕ ਬਣਤਰ ਇਸੇ ਤਰ੍ਹਾਂ ਘੜ ਤਰਾਸ਼ ਕੇ ਤਿਆਰ ਕਰ ਦਿੱਤੀ ਗਈ ਹੈ। ਸਦੀਆਂ ਤੋਂ ਇਸ ਉਪਦੇਸ਼ ਨੂੰ ਸੁਣ ਕੇ ਬਿਨਾਂ ਕਿਸੇ ਹੀਲ ਹੁਜਤ ਤੋਂ ਲੋਕੀ ਇਸ ਨੂੰ
ਧਰਮ ਦਾ ਪਵਿੱਤਰ ਕਾਰਜ ਸਮਝ ਕੇ ਮੰਨਣ ਲੱਗ ਪਏ ਨੇ। ਇੱਥੇ ਦੇਵਤੇ ਵੀ ਮੰਗਤੇ ਹਨ, ਧਰਮ ਗੁਰੂ ਵੀ ਮੰਗਤੇ ਹਨ, ਧਰਮ ਉਪਦੇਸ਼ਕ ਅਤੇ ਧਰਮ ਮੁਖੀ ਵੀ ਮੰਗਤੇ ਹਨ। ਉੱਪਰ ਸੀਨਾ ਜੋਰੀ ਵੇਖੋ, ਕਿਰਤੀ ਨੂੰ ਨੀਵਾਂ ਦੱਸਦੇ ਨੇ ਤੇ ਖੁਦ ਨੂੰ ਮਹਾਨ ਸੰਤ ਤੇ ਬ੍ਰਹਮ ਗਿਆਨੀ ਐਲਾਨਦੇ ਨੇ, ਗਰਦਾਨਦੇ ਨੇ। ਭਾਰਤ ਦੀ ਧਰਤੀ 'ਤੇ ਬਹੁਤ ਸੋਹਣੀਆਂ ਰੁੱਤਾਂ ਹਨ, ਦਰਿਆ ਹਨ, ਹਿਮਾਲਾ ਪਰਬਤ ਵਰਗੇ ਲਾਸਾਨੀ ਪਹਾੜ ਹਨ। ਇੱਥੇ ਹਰ ਤਰ੍ਹਾਂ ਦੀਆਂ ਫਸਲਾਂ ਤੇ ਫਲ ਆਦਿਕ ਪੈਦਾ ਹੁੰਦੇ ਹਨ। ਧਰਤੀ ਦੇ ਅੰਦਰ ਕੋਲੇ ਤੋਂ ਲੈ ਕੇ ਹੀਰਿਆਂ ਤੱਕ ਬੇਅੰਤ ਖਣਿਜ ਪਦਾਰਥ ਮੌਜੂਦ ਹਨ। ਆਮ ਲੋਕੀ ਮਿਹਨਤੀ ਹਨ। ਜੇ ਹਾਲਾਤ ਬਦਤਰ ਹਨ ਤਾਂ ਇੱਥੋਂ ਦੇ ਮੁੱਠੀ ਭਰ ਉੱਪਰਲੇ ਬੇਰਹਿਮ ਲੋਕਾਂ ਦੇ ਕਾਰਨ, ਜੋ ਦੇਸ਼ ਦੇ ਦੁਸ਼ਮਣ ਹਨ, ਜੋ ਧਰਮ ਅਤੇ ਰਾਜਨੀਤੀ 'ਤੇ ਅਜਗਰ ਸੱਪ ਬਣ ਕੇ ਕੁੰਡਲੀ ਮਾਰੀ ਬੈਠੇ ਹਨ। ਪਹਿਲਾਂ ਇਲਜ਼ਾਮ ਸੀ ਕਿ ਵਿਦੇਸ਼ੀਆਂ ਨੇ ਦੇਸ਼ ਲੁੱਟ ਲਿਆ। ਹੁਣ ਆਪਣੇ ਦੇਸੀ ਅਤੇ ਧਰਮੀ ਲੋਕ ਦੇਸ਼ ਨੂੰ ਦੋਵੇਂ ਹੱਥੀਂ ਲੁੱਟ ਕੇ ਖਾ ਰਹੇ ਹਨ ਤੇ ਇਹ ਕੋਈ ਬੁਰੇ ਨਹੀਂ ਹਨ। ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਅਕਸਰ ਆਪਣੇ ਲੀਡਰ ਚੁਣ ਲੈਂਦੇ ਹਾਂ। ਥੋੜ੍ਹੀ ਬਹੁਤ ਸਾਡੀ ਬੇਬਸੀ ਹੋ ਸਕਦੀ ਹੈ, ਪਰ ਵੋਟਾਂ ਤਾਂ ਫਿਰ ਵੀ ਆਪਾਂ ਪਾਉਣੇ ਹੀ ਆ ਨਾ। ਪਿਛਲੇ ਸਮੇਂ ਵਿੱਚ ਗੁਰਬਾਣੀ ਨੇ ਕ੍ਰਾਂਤੀਕਾਰੀ ਸੂਰਮੇ ਪੈਦਾ ਕੀਤੇ। ਉਹਨਾਂ ਬਹਾਦਰਾਂ ਨੂੰ ਦੇਖ ਕੇ ਦੱਬੇ ਕੁਚਲੇ ਲੋਕਾਂ ਨੂੰ ਥੋੜ੍ਹਾ ਜਿਹਾ ਆਜ਼ਾਦੀ ਦਾ ਅਹਿਸਾਸ ਕਰਵਾਇਆ, ਪਰ ਬਹੁਤ ਕੁਝ ਕਰਨ ਵਾਲਾ ਅਜੇ ਬਾਕੀ ਹੈ। ਇੱਕ ਸਾਖੀ ਦੇ ਕੇ ਖਤਮ ਕਰਦੇ ਹਾਂ, ਲਓ ਸੁਣੋ ਧਿਆਨ ਦੇ ਨਾਲ। ਇੱਕ ਨਗਰ ਦੀ ਜੂਹ ਵਿੱਚ ਬਹੁਤ ਦੇਰ ਤੋਂ ਇੱਕ ਮੰਗਤਾ ਟਿਕਿਆ ਹੋਇਆ ਸੀ। ਉਸਨੇ ਆਪਣੇ ਲਈ ਕੱਖਾਂ ਕਾਨਿਆਂ ਦੀ ਛੱਪਰੀ ਬਣਾਈ ਹੋਈ ਸੀ। ਪ੍ਰਸ਼ਾਦਾ ਲੋੜ ਮੁਤਾਬਕ ਪਿੰਡ ਵਿੱਚੋਂ ਮੰਗ ਲਿਆਉਂਦਾ ਸੀ। ਸੀਮਤ ਜਿਹੀਆਂ ਉਸ ਦੀਆਂ ਲੋੜਾਂ ਸਨ। ਲੋਕਾਂ ਨੂੰ ਉਹ ਦੁਖਦਾਈ ਨਹੀਂ ਸੀ ਲੱਗਦਾ। 20-25 ਸਾਲ ਤੱਕ ਥੋੜ੍ਹੇ ਇਲਾਕੇ ਵਿੱਚੋਂ ਉਹ ਬਾਹਰ ਨਹੀਂ ਨਿਕਲਿਆ। ਜਦੋਂ 2 ਕੁ ਦਿਨ ਮੰਗਤਾ ਨਾ ਦਿਸਿਆ, ਕੁਝ ਬੰਦਿਆਂ ਨੇ ਜਾ ਕੇ ਝੁੱਗੀ ਅੰਦਰ ਵੇਖਿਆ, ਮੰਗਤਾ ਮਰ ਚੁੱਕਿਆ ਸੀ। ਪਿੰਡ ਦੇ ਲੋਕ ਸਿਆਣੇ ਬੰਦੇ ਇਕੱਠੇ ਹੋ ਗਏ। ਨੌਜਵਾਨਾਂ ਨੂੰ ਕਿਹਾ ਕਿ ਇਸ ਦੀ ਇਹ ਛੱਪਰੀ ਦੇ ਨਾਲ ਹੀ ਪਿਆ ਡੂੰਘਾ ਟੋਆ ਪੁੱਟ ਕੇ ਵੇਖੋ। ਇਸ ਨੂੰ ਜੇ ਲੋੜ ਪਈ ਤਾਂ ਇੱਥੇ ਹੀ ਦੱਬ ਦਿਆਂਗੇ। ਨੌਜਵਾਨਾਂ ਨੇ 3-4 ਫੁੱਟ ਡੂੰਘਾ ਟੋਆ ਅਜੇ ਪੁੱਟਿਆ ਹੀ ਸੀ ਕਿ ਕਹੀ ਕਿਸੇ ਲੋਹੇ ਦੀ ਬਣੀ ਚੀਜ਼ ਨਾਲ ਜਾ ਟਕਰਾਈ। ਦਿਲਚਸਪੀ ਵਧੀ ਸਾਰਿਆਂ ਦੀ। ਹੋਰ ਪੁੱਟਿਆ ਤਾਂ 4 ਗਾਗਰਾਂ ਸੋਨੇ ਚਾਂਦੀ ਦੀਆਂ ਮੋਹਰਾਂ ਦੀਆਂ ਭਰੀਆਂ ਹੋਈਆਂ ਨਿਕਲ ਆਈਆਂ। ਸਾਰਿਆਂ ਦੀ ਖੁਸ਼ੀ ਦਾ ਪਾਰਾਵਾਰ ਨਾ ਰਿਹਾ। ਮੰਗਤੇ ਦਾ ਮਰਨਾ ਖੂਬ ਵੱਡਾ ਕੀਤਾ ਗਿਆ। ਸਾਰੇ ਪਿੰਡ ਨੂੰ ਤਰ੍ਹਾਂ ਤਰ੍ਹਾਂ ਦੇ ਵਧੀਆ ਪਕਵਾਨ ਛਕਾਏ ਗਏ। ਹਰ ਕੋਈ ਆਖੇ ਜਿੰਨਾ ਕੁ ਬਾਬੇ ਨੇ ਪਿੰਡ ਦਾ ਖਾਧਾ ਸੀ ਉਤਨਾ ਕੁ ਖਵਾ ਕੇ ਬਿੜੀ ਉਤਾਰ ਗਿਆ। ਉਸ ਦੀ ਛੋਟੀ ਜਿਹੀ ਯਾਦਗਾਰੀ ਬਣਾ ਦਈਏ। ਬਾਕੀ ਪੈਸਾ ਪਿੰਡ ਦੇ ਸਾਂਝੇ ਕੰਮਾਂ 'ਤੇ ਲਾਉਣ ਦਾ ਫੈਸਲਾ ਕਰ ਲਿਆ ਗਿਆ। ਬੜੀ ਚਰਚਾ ਚੱਲ ਪਈ। ਕੋਈ ਆਖੇ ਭਗਤ ਸੀ, ਨਾਮ ਰਸੀਆ ਸੀ, ਕੋਈ ਕਹੇ ਉਹ ਤਾਂ ਕੋਈ ਜਸੂਸ ਸੀ, ਕੋਈ ਕਹੇ ਕਿਤੋਂ ਕਤਲ ਕਰਕੇ ਦੌੜਿਆ ਹੋਣਾ, ਪੁਲਿਸ ਤੋਂ ਬਚਦਾ ਮੰਗਤਾ ਬਣ ਕੇ ਇੱਥੇ ਆ ਕੇ ਲੁਕ ਗਿਆ, ਭੇਸ ਵਟਾ ਲਿਆ। ਇੱਕ ਸਿਆਣੇ ਬਜ਼ੁਰਗ ਨੇ ਨਿਚੋੜ ਪੇਸ਼ ਕਰਦਿਆਂ ਪਤੇ ਦੀ ਗੱਲ ਆਖੀ। ਬੱਚਿਓ ਤੇ ਨੌਜਵਾਨੋ, ਇੱਕ ਗੱਲ ਤਾਂ ਪੱਕੀ ਹੈ ਕਿ ਉਸਨੇ ਕਦੀ ਡੱਕਾ ਦੂਰਾ ਨਹੀਂ ਕੀਤਾ। ਜੋ ਮਿਲਿਆ ਸੋ ਖਾ ਲਿਆ ਤੇ ਲੰਮਾ ਪੈ ਗਿਆ। ਜੇ ਚਾਹੁੰਦਾ ਕੋਈ ਹਲਕਾ ਫੁਲਕਾ ਕੰਮ ਕਰ ਸਕਦਾ ਸੀ, ਆਪਣੀ ਰੋਟੀ ਖੁਦ ਕਮਾ ਸਕਦਾ ਸੀ, ਪਰ ਅਜਿਹਾ ਉਸਨੇ ਨਹੀਂ ਕੀਤਾ। ਕੋਈ ਕੰਮ ਆਪਣੀ ਝੁੱਗੀ ਦੁਆਲੇ ਸਬਜ਼ੀ ਲਾ ਲੈਂਦਾ, ਕੋਈ ਫਲਦਾਰ ਰੁੱਖ ਲਾ ਲੈਂਦਾ, ਆਲਸੀ ਹੀ ਰਿਹਾ। ਅਜਿਹਾ ਕੋਈ ਉਦਮ ਉਸਨੇ ਨਾ ਕੀਤਾ। ਜੇ ਉਸਨੇ ਕਦੀ ਧਰਤੀ ਫਰੋਲੀ ਹੁੰਦੀ ਤਾਂ ਆਹ 4 ਗਾਗਰਾਂ ਮੋਹਰਾਂ ਦੀਆਂ ਜੋ ਸਾਨੂੰ ਮਿਲੀਆਂ ਹਨ ਉਸ ਨੂੰ ਲੱਭ ਜਾਣੀਆਂ ਸਨ। ਉਹ ਮਕਾਨ ਉਸਾਰ ਸਕਦਾ ਸੀ, ਜ਼ਮੀਨ ਖਰੀਦ ਸਕਦਾ ਸੀ, ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਉਹ ਪ੍ਰਾਪਤ ਕਰ ਸਕਦਾ ਸੀ। ਆਲਸੀ ਇੰਨਾ ਸੀ ਕਿ ਜਦੋਂ ਵੇਖੋ ਆਪਣੇ ਵਰਗੇ ਹੋਰ 2 ਚੌਹਾਂ ਨਾਲ ਬਸ ਬੈਠ ਕੇ ਤਾਸ਼ ਖੇਡ ਲੈਣਾ, ਭੰਗ ਪੀ ਲੈਣੀ ਤੇ ਫਿਰ ਸੌਂ ਜਾਣਾ। ਇਸੇ ਤਰ੍ਹਾਂ
ਉਸ ਦੀ ਉਮਰ ਬੀਤ ਗਈ ਭਾਈ, ਮੈਂ ਤਾਂ ਰੋਜ਼ ਵੇਖਦਾ ਸੀ ਉਸ ਨੂੰ। ਇੰਨ ਬਿਨ ਇਹੀ ਉਦਾਹਰਣ ਉਹਨਾਂ ਸਿੱਖਾਂ 'ਤੇ ਪੂਰੀ ਢੁਕਦੀ ਹੈ ਜਿਨ੍ਹਾਂ ਨੇ ਕਦੀ ਗੁਰਬਾਣੀ ਖਜ਼ਾਨਾ ਵੇਖਿਆ ਪਰਖਿਆ ਹੀ ਨਹੀਂ। ਗਿਆਨ ਵੱਲੋਂ ਉਹ ਕੰਗਾਲ ਹੀ ਰਹੇ। ਗਿਆਨ ਦੁਆਰਾ ਦੁਨੀਆ ਦੀ ਹਰ ਚੀਜ਼ ਪ੍ਰਾਪਤ ਕੀਤੀ ਜਾ ਸਕਦੀ ਹੈ। ਸਿੱਖਾਂ ਨੇ ਹਾਲੀ ਇੱਕ ਪਾਸੇ ਇਸ ਪਾਸੇ ਇੱਕ ਕਦਮ ਵੀ ਨਹੀਂ ਪੁੱਟਿਆ। ਮੰਜ਼ਿਲ ਕਿਵੇਂ ਪ੍ਰਾਪਤ ਹੋਵੇਗੀ? ਗਿਆਨ ਪੱਖੋਂ ਸਿੱਖ ਮੰਗਤੇ ਹੀ ਰਹਿ ਗਏ। ਕੋਲੇ ਤਾਂ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਖਜ਼ਾਨਾ, ਸੋਨੇ ਨਾਲੋਂ ਵੀ ਵੱਧ ਕੀਮਤੀ ਖਜ਼ਾਨਾ ਮੌਜੂਦ ਹੈ, ਪਰ ਸਿੱਖ ਅੱਖਾਂ ਮੀਟ ਕੇ, ਚੌਂਕੜਾ ਮਾਰ ਕੇ ਝੁੱਗੀਆਂ ਦੇ ਵਿੱਚ ਬੈਠੇ ਹੋਏ ਨੇ, ਭਿਖਾਰੀ ਬਣੇ ਹੋਏ ਨੇ। ਪਰ ਇਹਨਾਂ ਨੂੰ ਨਹੀਂ ਪਤਾ ਕਿ ਸਾਡੇ ਕੋਲੇ ਐਡਾ ਵੱਡਾ ਖਜ਼ਾਨਾ ਹੈ। ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਨੂੰ ਇਹਨਾਂ ਨੇ ਅੱਜ ਤੱਕ ਖੋਲ੍ਹ ਕੇ ਵੇਖਿਆ ਹੀ ਨਹੀਂ, ਸਮਝ ਕੇ ਪੜ੍ਹਿਆ ਹੀ ਨਹੀਂ। ਜਿਉਂ ਰਾਖਾ ਖੇਤ ਉੱਪਰ ਪਰਾਏ, ਗੁਰਬਾਣੀ ਦੀ ਪੰਕਤੀ ਪੜ੍ਹੋ। ਜਿਉਂ ਰਾਖਾ खेत ऊपर पराए, खेत खसम का राखा उठ जाए। उस खेत कारण राखा कड़ै, तिसका पालै कछु न पड़ै। उस खेत कारण राखा कड़ै, तिसका पालै कछु न पड़ै। 179 पन्ना। भुल चुक लेखे मां। वाहिगुरू जी का खालसा, वाहिगुरू जी की फतेह।